ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ। ਠੀਕ ਆ, ਤਾਂ ਰਾਈਟਿੰਗ ਦੇ ਵਿੱਚ ਆਪਣੇ ਕੋਲ ਟੂ ਟਾਈਪਸ ਦੇ ਜਿਹੜੇ ਟਾਸਕ ਹੁੰਦੇ ਆ, ਟਾਸਕ 1 ਐਂਡ ਟਾਸਕ 2। ਠੀਕ ਆ, ਤਾਂ ਜੇ ਆਪਾਂ ਟਾਸਕ 1 ਦੀ ਗੱਲ ਕਰੀਏ ਤਾਂ ਜੋ ਵੀ ਜਿਹੜੇ ਸਟੂਡੈਂਟ ਹੈਗੇ ਆਇਲਸ ਦੇ ਸਟੂਡੈਂਟ ਆ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਕਿ ਜਿਹੜਾ ਆਪਣੇ ਕੋਲ ਟਾਸਕ 1 ਆ ਉਹ ਆਪਣੇ ਕੋਲ 7 ਟਾਈਪ ਦਾ ਹੁੰਦਾ। ਠੀਕ ਆ, ਟੇਬਲ ਹੁੰਦਾ, ਉਹਦੇ ਵਿੱਚ ਇੱਕ ਮੈਪ ਹੁੰਦਾ, ਲਾਈਨ ਹੁੰਦਾ, ਬਾਰ ਹੁੰਦਾ, ਠੀਕ ਆ, ਪਾਈ ਹੁੰਦਾ ਵਾ, ਪ੍ਰੋਸੈਸ ਹੁੰਦਾ ਐਂਡ ਡਾਇਗਰਾਮ ਹੁੰਦਾ ਵਾ। ਠੀਕ ਆ, ਤਾਂ ਇਹਦੇ ਵਿੱਚ ਆਪਾਂ ਹਰ ਇੱਕ ਦੇ ਵਿੱਚ ਇੱਕ ਮਤਲਬ ਕਿ ਵੇ ਇੱਕੋ ਹੀ ਹੁੰਦਾ ਲਿਖਣ ਦਾ ਨਾ, ਅਤੇ ਕੁਛ ਜਿਹੜੀਆਂ ਵੇਰੀਏਸ਼ਨਸ ਐਡ ਕਰਕੇ ਜਿਹੜਾ ਆਪਾਂ ਇਹਨੂੰ ਕੰਪਲੀਟ ਕਰਦੇ ਹਾਂ। ਤਾਂ ਜੇ ਗੱਲ ਕਰੀਏ ਆਪਾਂ ਨਾ ਰਾਈਟਿੰਗ ਟਾਸਕ 2 ਦੀ, ਉਹ ਆਪਣੇ ਕੋਲ 6 ਬੈਂਡ ਦਾ ਹੁੰਦਾ, ਅਤੇ ਜਿਹੜਾ ਆਪਣੇ ਕੋਲ ਰਾਈਟਿੰਗ ਟਾਸਕ 1 ਹੁੰਦਾ ਉਹ 3 ਬੈਂਡ ਦਾ ਹੁੰਦਾ ਆਪਣੇ ਕੋਲ। ਠੀਕ ਆ, ਤਾਂ ਜਿਹੜਾ ਆਪਣੇ ਕੋਲ ਟਾਸਕ 1 ਹੁੰਦਾ ਉਹਦੇ ਵਿੱਚ ਆਪਾਂ ਆਪਣੇ ਵੱਲੋਂ ਕੁਛ ਵੀ ਐਡ ਨਹੀਂ ਕਰਨਾ ਹੁੰਦਾ ਗਾ। ਠੀਕ ਹੈ, ਲਾਈਕ ਜਿੱਦਾਂ ਆਪਾਂ ਟਾਸਕ 2 ਦੇ ਵਿੱਚ ਐਗਜ਼ਾਮਪਲਸ ਐਡ ਕਰਦੇ ਹੈਗੇ ਆ, ਰਿਜ਼ਲਟ ਦਿੰਦੇ ਹਾਂ। ਠੀਕ ਆ, ਹੈ ਨਾ, ਤਾਂ ਕਾਫੀ ਜਿਹੜਾ ਆਈਡੀਆਜ਼ ਦਿੰਦੇ ਹੈਗੇ ਆ, ਤਾਂ ਉਹ ਆਪਾਂ ਆਪਦਾ ਜਿਹੜਾ ਓਪੀਨੀਅਨ ਵੀ ਦਿੰਦੇ ਹੈਗੇ ਆ। ਕਈ ਵਾਰੀ ਉਹ ਆਪਾਂ ਨੂੰ ਪੁੱਛ ਲੈਂਦੇ ਹੈਗੇ ਨਾ, ਤੁਸੀਂ ਐਗਰੀ ਹੋ ਡਿਸਐਗਰੀ ਹੋ, ਹੈ ਨਾ, ਤਾਂ ਕਾਫੀ ਦੇ ਵਿੱਚ ਆਪਾਂ ਦੱਸਣਾ ਹੁੰਦਾ ਗਾ, ਤਾਂ ਉਹ ਆਪਾਂ ਆਪਣਾ ਜਿਹੜਾ ਓਪੀਨੀਅਨ ਵੀ ਦਿੰਦੇ ਹੈਗੇ ਆ। ਬਟ ਇਹਦੇ ਵਿੱਚ ਪਾਈ ਚਾਰਟ ਦੇ ਵਿੱਚ ਕੁਛ ਨਹੀਂ ਉਹਨਾਂ ਨੇ ਆਪਾਂ ਨੂੰ ਪੁੱਛਿਆ ਹੁੰਦਾ ਵੀ ਤੁਸੀਂ ਆਪਣੀ ਜਿਹੜੀ ਰਾਏ ਦਿਓ, ਹੈ ਨਾ, ਜਾਂ ਫਿਰ ਤੁਸੀਂ ਕੁਛ ਵੀ ਐਡ ਕਰੋ। ਆਪਾਂ ਆਪਣਾ ਆਈਡੀਆ ਜਾਂ ਆਪਣੀ ਸੋਚ ਬਿਲਕੁਲ ਵੀ ਇਹਦੇ ਵਿੱਚ ਐਡ ਨਹੀਂ ਕਰਨੀ ਹੁੰਦੀ ਗੀ। ਠੀਕ ਆ, ਮੇਨਲੀ ਆਪਾਂ ਟਾਸਕ 1 ਜਦੋਂ ਲਿਖਦੇ ਹੁੰਦੇ ਹਾਂ, ਦੇਖੋ ਜੇ ਹੁਣ ਆਪਾਂ ਇਹਦੇ ਵਿੱਚ ਕੁਛ ਵੀ ਐਡ ਨਹੀਂ ਕਰਨਾ, ਤਾਂ ਫਿਰ ਜੇ 3 ਬੈਂਡ ਦਾ ਦਿੱਤਾ ਹੈਗਾ ਆਰਟਸ ਦੇ ਵਿੱਚ, ਤਾਂ ਉਹ ਕਿਸੇ ਕੋਈ ਰੀਜ਼ਨ ਤਾਂ ਹੋਊਗਾ ਨਾ। ਬਸ ਰੀਜ਼ਨ ਇਹਦੇ ਇਹੀ ਹੈਗਾ ਗਾ ਕਿ ਐਗਜ਼ਾਮੀਨਰ ਤੁਹਾਡੇ ਤੋਂ ਇਹ ਮਤਲਬ ਜਿਹੜਾ ਟਾਸਕ 1 ਜਦੋਂ ਚੈੱਕ ਕਰਦਾ ਤਾਂ ਇਹ ਡਿਮਾਂਡ ਕਰਦਾ ਕਿ ਤੁਸੀਂ ਕਿੰਨੀ ਜਿਹੜੀ ਵੇਰੀਏਸ਼ਨ ਐਡ ਕੀਤੀ ਹੈ। ਠੀਕ ਆ, ਲਾਈਕ ਟਾਸਕ 1 ਦੇ ਵਿੱਚ ਤੁਸੀਂ ਕੁਛ ਵੀ ਐਡ ਨਹੀਂ ਕਰਨਾ ਹੁੰਦਾ, ਜਸਟ ਇੱਕ ਵੇਰੀਏਸ਼ਨਸ ਐਡ ਕਰਨੀਆਂ ਹੁੰਦੀਆਂ। ਹਰ ਇੱਕ ਜਿਹੜੀ ਤੁਹਾਡੀ ਲਾਈਨ ਹੈਗੀ ਉਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਲਿਖੀ ਹੋਵੇ। ਠੀਕ ਆ, ਤਾਂ ਫਿਰ ਤੁਹਾਡੇ ਜਿਹੜੇ 3 ਬੈਂਡਸ ਤੋਂ ਬਿਲਕੁਲ ਪੱਕੇ ਹੈਗੇ ਆ ਟਾਸਕ 1 ਦੇ ਵਿੱਚ। ਬਸ ਟਾਸਕ 1 ਦੇ ਵਿੱਚ ਇਹੀ ਧਿਆਨ ਰੱਖਣਾ। ਠੀਕ ਆ, ਤਾਂ ਅੱਜ ਜਿਹੜਾ ਆਪਣੇ ਕੋਲ ਹੈਗਾ ਗਾ ਉਹ ਆਪਣੇ ਕੋਲ ਪਾਈ ਚਾਰਟ ਹੈਗਾ ਗਾ। ਪਾਈ ਚਾਰਟ ਮੈਂ ਤੁਹਾਨੂੰ ਵਿਦ ਸੈਂਪਲ ਆਂਸਰ ਨਾਲ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝਾਉਂਗੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਆਪਣੀ ਰਾਈਟਿੰਗ ਨੂੰ ਇੰਪਰੂਵ ਕਰ ਸਕਦੇ ਆ, ਅਤੇ ਹਰ ਇੱਕ ਲਾਈਨ ਦਾ ਤੁਹਾਨੂੰ ਮੀਨਿੰਗ ਚੰਗੀ ਤਰ੍ਹਾਂ ਇੱਕ ਲਾਈਨ 'ਤੇ ਕਿਸ ਤਰੀਕੇ ਨਾਲ ਤੁਸੀਂ ਇੰਟਰੋ ਬਣਾਉਣੀ ਹੈਗੀ ਆ, ਕਿਹੜੀਆਂ ਜਿਹੜੀਆਂ ਬੇਸਿਕ ਲਾਈਨਸ ਹੈਗੀਆਂ ਜਿਨ੍ਹਾਂ ਨਾਲ ਤੁਸੀਂ BP1 ਸਟਾਰਟ ਕਰਨਾ ਐਂਡ BP2 ਸਟਾਰਟ ਕਰਨਾ, ਐਂਡ ਜਦੋਂ ਤੁਸੀਂ ਓਵਰਆਲ ਦੇਣਾ ਉਦੋਂ ਤੁਸੀਂ ਕੀ ਕਰਨਾ ਹੈਗਾ। ਠੀਕ ਆ, ਅਤੇ ਉਸ ਤੋਂ ਬਾਅਦ ਜਦੋਂ ਸਮ ਟਾਈਮ ਨਾ ਬੱਚਿਆਂ ਨੂੰ ਇਹ ਵੀ ਪ੍ਰੋਬਲਮ ਆਉਂਦੀ ਹੈਗੀ ਆ ਕਿ ਜਿੱਦਾਂ ਹੁਣ ਦੇਖੋ ਆਪਣੇ ਕੋਲ ਦੱਸਿਆ ਕੰਪੈਰੀਜ਼ਨ ਆਫ ਐਨਰਜੀ ਪ੍ਰੋਡਕਸ਼ਨ, ਦੇਖੋ ਹੈ ਨਾ, ਤਾਂ ਆਪਣੇ ਕੋਲ ਇੱਥੇ ਗੈਸ ਹੈਗਾ, ਇੱਥੇ ਕੋਲ ਹੈਗਾ, ਲਾਈਕ ਦੋਨਾਂ ਦਾ ਆਪਾਂ ਜਿਹੜਾ ਦੱਸਣਾ ਹੈਗਾ ਗਾ। ਤਾਂ ਕਈ ਵਾਰੀ ਇਹ ਹੁੰਦਾ ਕਿ ਜਦੋਂ ਆਪਾਂ ਦੱਸਦੇ ਹੈਗੇ, ਜਦੋਂ ਹੁਣ ਤੁਸੀਂ ਗੈਸ ਦੀ ਇੱਕ ਜਿਹੜੀ ਲਾਈਨ ਹੈਗੀ ਆ ਉਹ ਬਣਾ ਲਈ। ਠੀਕ ਆ, ਇੱਕ ਲਾਈਨ ਲਿਖਤੀ, ਉਦੋਂ ਬਾਅਦ ਜਦੋਂ ਤੁਸੀਂ ਕੋਲ ਦੀ ਲਿਖਣੀ ਹੈ ਤਾਂ ਉਹ ਜਦੋਂ ਸਟਾਰਟ ਕਰਨਾ ਹੈਗਾ ਗਾ ਤਾਂ ਉਦੋਂ ਆਪਾਂ ਕੀ ਕਰਨੀ ਹੈ, ਕਨੈਕਟਰਸ ਲਾਉਣੇ ਆ। ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਡਿਫੀਕਲਟੀ ਫੇਸ ਕਰਨੀ ਪੈਂਦੀ ਜਦੋਂ ਨਿਊ ਲਾਈਨ ਸਟਾਰਟ ਕਰਨੀ ਹੁੰਦੀ ਹੈ। ਠੀਕ ਆ, ਤਾਂ ਤੁਸੀਂ ਕਨੈਕਟਰ ਲਾ ਕੇ ਬੜੀ ਈਜ਼ੀਲੀ ਜਿਹੜੀ ਨਵੀਂ ਲਾਈਨ ਸਟਾਰਟ ਕਰਦੇ, ਇਹਨਾਂ ਐਗਜ਼ਾਮੀਨਰ ਨੂੰ ਵੀ ਜਲਦੀ ਪਤਾ ਚੱਲ ਜਾਂਦਾ ਹੈਗਾ ਕਿ ਜਿਹੜਾ ਨੈਕਸਟ 'ਤੇ ਮੂਵ ਕਰ ਰਿਹਾ ਹੈਗਾ। ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੇ ਕਨੈਕਟਰਸ ਅਤੇ ਜਿਹੜੇ ਸੈਂਟੈਂਸ ਵੇਰੀਏਸ਼ਨ ਦਾ, ਬਸ 2 ਹੀ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ ਆਪਣੇ ਟਾਸਕ 1 ਦੇ ਵਿੱਚ। ਤਾਂ ਚਲੋ ਜਿਹੜੀ ਆਪਾਂ ਆਪਣੀ ਅੱਜ ਦੀ ਵੀਡੀਓ ਜਿਹੜੀ ਸਟਾਰਟ ਕਰਦੇ ਹੈਗੇ ਆ। ਤਾਂ ਆਪਣੇ ਕੋਲ ਕੀ ਆ, ਫਸਟ ਆਫ ਆਲ the pie chart below show the comparison of different kinds of energy production of France in 2 years। ਠੀਕ ਆ, ਤਾਂ ਜਿਹੜਾ ਪਾਈ ਚਾਰਟ ਆ ਉਹ ਆਪਣੇ ਕੋਲ ਕੀ ਕਰ ਰਿਹਾ ਹੈਗਾ ਗਾ, ਕੰਪੈਰੀਜ਼ਨ ਕਰ ਰਿਹਾ ਡਿਫਰੈਂਟ ਕਾਈਂਡਸ ਆਫ ਐਨਰਜੀ ਦੀ ਜਿਹੜੀ ਮਤਲਬ ਕਿ ਕਾਈਂਡਸ ਹੈਗੀਆਂ ਉਹਨਾਂ ਦੀ ਕਰ ਰਿਹਾ, ਅਤੇ ਫਰਾਂਸ ਦੇ ਵਿੱਚ ਇਹ ਗੱਲ ਹੈਗੀ ਆ। ਠੀਕ ਆ, ਅਤੇ 2 ਈਅਰ ਟਾਈਮ ਪੀਰੀਅਡ ਦੱਸਿਆ ਆਪਾਂ ਨੂੰ, ਤਾਂ ਉਹ ਟਾਈਮ ਪੀਰੀਅਡ ਆਪਾਂ ਨੂੰ ਮੈਨਸ਼ਨ ਵੀ ਕੀਤਾ ਹੈਗਾ 1995 ਐਂਡ 2005। ਠੀਕ ਆ, 1995 ਐਂਡ 2005 ਦੇ ਵਿੱਚ ਜੋ ਆਪਾਂ ਨੂੰ ਦੱਸਿਆ 2 ਸਾਲਾਂ ਦਾ ਦੱਸਿਆ ਹੈਗਾ। ਠੀਕ ਆ, ਤਾਂ ਉਹ ਆਪਾਂ ਦੱਸਣਾ ਹੈਗਾ ਡਾਟਾ। ਤਾਂ ਆਪਣੇ ਕੋਲ ਕੀ ਹੈ, ਕੰਪੈਰੀਜ਼ਨ ਕਾਹਦਾ ਕੀਤਾ ਹੈਗਾ, ਐਨਰਜੀ ਪ੍ਰੋਡਕਸ਼ਨ ਦੀ, ਜਾਣੀ ਕਿ ਵੱਖ-ਵੱਖ ਸੋਰਸ ਜਿਹੜੇ ਦਿੱਤੇ ਗਏ ਆ, ਕਿੰਨਾ ਤੋਂ ਐਨਰਜੀ ਜਿਹੜੀ ਪ੍ਰੋਡਿਊਸ ਕੀਤੀ ਗਈ ਆ, ਤਾਂ ਉਹਨਾਂ ਦੇ ਆਪਾਂ ਨੂੰ ਨੇਮ ਕਿੰਨੀ ਕੀਤੀ ਗਈ ਹੈ ਸਾਰਾ ਕੁਝ ਦੱਸਿਆ ਹੈਗਾ। ਤਾਂ ਉਹ ਆਪਾਂ ਹੁਣ ਲਾਈਨਸ ਦੇ ਵਿੱਚ ਜਿਹੜਾ ਰੀਪ੍ਰਜੈਂਟ ਕਰਨਾ ਹੈਗਾ। ਠੀਕ ਆ, ਦੇਖੋ ਹੁਣ ਸਾਰਾ ਡੇਟਾ ਆਪਾਂ ਨੂੰ ਦਿੱਤਾ, ਇੱਕ ਜਸਟ ਆਪਾਂ ਲਾਈਨ ਹੀ ਫੋਰਮ ਕਰਨੀ ਹੈ ਨਾ, ਫਿਰ ਉਹਦੇ ਹੀ ਆਪਾਂ ਨੂੰ ਜਿਹੜਾ ਮਿਲਣਾ, ਕਿਉਂਕਿ ਸਾਰਾ ਕੁਝ ਦੱਸਿਆ ਆਪਾਂ ਨੂੰ। ਹੁਣ ਦੇਖੋ ਜਿਹੜਾ ਸੋਰਸ ਦਾ ਨੇਮ ਆ ਉਹ ਵੀ ਦਿੱਤਾ, ਕਿੰਨੀ ਜਿਹੜੀ ਪ੍ਰੋਡਿਊਸ ਹੋਈ ਆ ਉਹ ਵੀ ਦਿੱਤੀ ਹੈਗੀ ਆ, ਕਿਹੜੀ ਕੰਟਰੀ ਦੇ ਵਿੱਚ ਹੋਈ ਆ ਉਹ ਵੀ ਦਿੱਤੀ ਹੈ, ਟਾਈਮ ਪੀਰੀਅਡ ਵੀ ਦਿੱਤਾ ਹੈਗਾ, ਹੈ ਨਾ। ਅਤੇ ਫਿਰ ਆਪਾਂ ਕੀ ਐਡ ਕਰਨਾ, ਆਪਾਂ ਜਸਟ ਜਿਹੜੀ ਵੇਰੀਏਸ਼ਨ ਐਡ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਾਂ ਲਾਈਨਸ ਨੂੰ ਫੋਰਮ ਕਰਨਾ ਹੈ। ਠੀਕ ਆ, ਤਾਂ ਹੁਣ ਦੇਖਦੇ ਹਾਂ ਪਹਿਲਾਂ ਇੰਟਰੋ। ਤਾਂ ਇੰਟਰੋ ਦੇ ਵਿੱਚ ਕੀ ਆਪਣੇ ਕੋਲੇ the 2 pie charts। ਠੀਕ ਆ, ਤੁਸੀਂ ਪ੍ਰੋਵਾਈਡਡ ਚਾਰਟਸ ਵੀ ਲਿਖ ਸਕਦੇ ਆ, ਗਿਵਨ ਚਾਰਟਸ ਵੀ ਲਿਖ ਸਕਦੇ ਆ। ਠੀਕ ਆ, ਤਾਂ ਉਦੋਂ ਆਪਾਂ ਲਿਖਤਾ 2 pie charts। ਠੀਕ ਆ, ਤਾਂ ਆਪਾਂ ਨੂੰ ਇੱਥੇ ਸਿੰਪਲੀ ਦੱਸਿਆ ਸੀਗਾ ਪਾਈ ਚਾਰਟ, ਤੁਸੀਂ 2 ਕਰ ਦਿੱਤਾ, 2 ਦੀ ਜਗ੍ਹਾ 'ਤੇ ਗਿਵਨ ਵੀ ਕਰ ਸਕਦੇ ਹਾਂ, ਪ੍ਰੋਵਾਈਡਡ ਵੀ ਕਰ ਸਕਦੇ ਹਾਂ। ਠੀਕ ਆ, ਉਦੋਂ ਬਾਅਦ ਆਪਣੇ ਕੋਲ ਕੀ ਹੈਗਾ, ਬਿਲੋ ਸ਼ੋ ਦ ਕੰਪੈਰੀਜ਼ਨ ਆਫ ਡਿਫਰੈਂਟ ਕਾਈਂਡਸ ਆਫ ਐਨਰਜੀ ਪ੍ਰੋਡਕਸ਼ਨ। ਠੀਕ ਆ, ਮਤਲਬ ਡਿਫਰੈਂਟ ਕਾਈਂਡਸ ਦੀ ਜਿਹੜੀ ਐਨਰਜੀ ਨੂੰ ਦੱਸਦਾ। ਹੁਣ ਆਪਾਂ ਇੱਥੇ ਡਿਫਰੈਂਟ ਕਾਈਂਡ ਦੀ ਜਗ੍ਹਾ 'ਤੇ ਕੀ ਕਰਾਂਗੇ, ਉਹਨਾਂ ਨੂੰ ਗਿਣ ਲੈਂਦੇ ਆ। ਠੀਕ ਆ, ਵੀ ਕਿੰਨੀਆਂ ਜਿਹੜੀਆਂ ਕਿੰਨੇ ਟਾਈਪਸ ਦੀ ਹੈਗੀ ਆਪਾਂ ਉਨੀ ਲਿਖ ਦਾਂਗੇ। ਤਾਂ ਦੇਖੋ ਆਪਣੇ ਕੋਲ ਇੱਕ ਗੈਸ, ਇੱਕ ਕੋਲ ਆ, ਇੱਕ ਅਦਰ, ਇੱਕ ਨਿਊਕਲੀਅਰ, ਇੱਕ ਪੈਟਰੋਲ ਆ। ਠੀਕ ਆ, ਤਾਂ ਮਤਲਬ 5 ਟਾਈਪਸ ਹੋ ਗਈਆਂ। ਤਾਂ ਆਪਾਂ ਹੁਣ ਜਿਹੜੇ ਇੰਟਰੋ 'ਚ 5 ਟਾਈਪਸ ਕਹਿ ਦਾਂਗੇ। ਠੀਕ ਆ, ਡਿਫਰੈਂਟ ਨਹੀਂ
ਕਵਾਂਗੇ, ਠੀਕ ਆ। ਥੋੜ੍ਹਾ ਜਿਹਾ ਕਿਉਂਕਿ ਆਪਾਂ ਚੇਂਜ ਕਰਕੇ ਲਿਖਣੀ ਹੈ ਨਾ, ਇੰਟਰੋ ਰੀਫਰੇਸ ਕਰਨੀ ਆ, ਤਾਂ ਆਪਾਂ ਲਿਖਤਾ 5 ਟਾਈਪਸ, ਠੀਕ ਆ। ਤਾਂ ਉਦੋਂ ਬਾਅਦ ਜਿਹੜਾ ਫਰਾਂਸ ਕੰਟਰੀ ਨੂੰ ਤਾਂ ਆਪਾਂ ਚੇਂਜ ਨਹੀਂ ਕਰ ਸਕਦੇ, ਉੱਦਾਂ ਹੀ ਲਿਖਣਾ। ਤੇ 2 ਈਅਰ ਜਿਹੜਾ ਹੈਗਾ ਉਹ ਇੱਥੇ ਆਪਾਂ ਨੂੰ ਸਿੰਪਲੀ 2 ਈਅਰ ਦੱਸਦਾ, ਆਪਾਂ ਉੱਥੇ ਅਲੱਗ ਅਲੱਗ ਦੱਸ ਦਾਂਗੇ ਕਿਹੜੇ ਕਿਹੜੇ ਉਹ 2 ਈਅਰ ਹੈਗੇ ਆ, ਠੀਕ ਆ। 1995 ਤੇ ਜਿਹੜਾ 2005 ਆ ਉਹ ਆਪਾਂ ਅਲੱਗ ਅਲੱਗ ਮੈਂਸ਼ਨ ਕਰ ਦਾਂਗੇ। ਤਾਂ ਹੁਣ ਆਪਾਂ ਚੱਲਦੇ ਹਾਂ ਇੰਟਰੋ ਵੱਲ। ਦੇਖੋ, ਦ 2 ਪਾਈ ਚਾਰਟ ਇਲੂਸਟ੍ਰੇਟ ਦਾ ਪ੍ਰੋਪੋਰਸ਼ਨ ਆਫ 5 ਟਾਈਪਸ, ਠੀਕ ਹੈ। ਪ੍ਰੋਪੋਰਸ਼ਨ ਦਾ ਮੀਨਿੰਗ ਹੁੰਦਾ ਰੇਸ਼ੋ, ਪਰਸੈਂਟੇਜ, ਠੀਕ ਆ। ਤਾਂ ਤੁਸੀਂ ਕਿਸ ਮਰਜ਼ੀ ਤਰੀਕੇ ਨਾਲ ਲਿਖ ਦਿਓ। ਜਿੱਦਾਂ ਹੁਣ ਆਪਾਂ ਜਿਹੜਾ ਕਿਉਂ ਲਿਖਿਆ ਹੈਗਾ ਪ੍ਰੋਪੋਰਸ਼ਨ, ਕਿਉਂਕਿ ਆਪਣੇ ਕੋਲੇ ਜਿਹੜਾ ਸਾਰਾ ਡੇਟਾ ਹੈਗਾ ਪਰਸੈਂਟੇਜ ਦੇ ਵਿੱਚ ਦਿੱਤਾ ਗਿਆ ਵਾ, ਠੀਕ ਆ। ਤਾਂ ਫਿਰ ਆਪਾਂ ਇਸ ਲਈ ਲਿਖਿਆ ਹੈਗਾ, ਕਿਉਂਕਿ ਆਪਾਂ ਨੂੰ ਜਿਹੜਾ ਇੰਟਰੋ ਦੇ ਵਿੱਚ ਨਹੀਂ ਨਾ ਇਹ ਕਿਤੇ ਵੀ ਮੈਂਸ਼ਨ ਕੀਤਾ, ਇਸ ਲਈ ਆਪਾਂ ਇਹ ਆਪਣੇ ਵੱਲੋਂ ਲਿਖਦਾ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜਾ ਡੇਟਾ ਸਾਰਾ ਹੈਗਾ ਉਹ ਆਪਾਂ ਨੂੰ ਪਰਸੈਂਟੇਜ ਦੇ ਵਿੱਚ ਮਿਲਿਆ ਵਾ। ਉਹਦੇ ਬਾਅਦ ਕੀ ਆਫ 5 ਟਾਈਪਸ, ਹੁਣ ਆਪਾਂ 5 ਟਾਈਪਸ ਆਪਾਂ ਗਿਣੀਆਂ ਸੀਗੀਆਂ, ਆਪਾਂ ਡਿਫਰੈਂਟ ਦੀ ਜਗ੍ਹਾ 'ਤੇ ਲਿਖ ਦਿੱਤਾ 5, ਕਿਉਂਕਿ ਆਪਾਂ ਗਿਣ ਲਈਆਂ ਹੁਣ 5 ਹੈਗੀਆਂ ਵਾ, ਠੀਕ ਆ। 5 ਟਾਈਪਸ ਆਫ ਐਨਰਜੀ ਪ੍ਰੋਡਕਸ਼ਨ, ਠੀਕ ਆ। ਐਨਰਜੀ ਦੀ ਜਿਹੜੀ 5 ਟਾਈਪਸ ਸੀਗੀਆਂ, ਠੀਕ ਆ। ਇਨ ਫਰਾਂਸ ਉਹ ਆਪਾਂ ਲਿਖਤਾ। ਉਹਦੇ ਬਾਅਦ ਜਿਹੜਾ ਆਪਣੇ ਕੋਲ ਟਾਈਮ ਪੀਰੀਅਡ ਸੀਗਾ, ਤਾਂ ਉਹ ਆਪਾਂ 2 ਈਅਰ ਲਿਖਣ ਦੀ ਜਗ੍ਹਾ 'ਤੇ ਆਪਾਂ ਕੀ ਲਿਖ ਦਿੱਤਾ, ਸਿੱਧਾ ਡਾਇਰੈਕਟ ਜਿਹੜਾ ਸੀਗਾ ਉਹਦਾ ਦੱਸਤਾ ਕਿ 1995 ਤੇ 2005 ਦੀ ਗੱਲ ਹੋ ਰਹੀ ਹੈ, ਠੀਕ ਆ। ਤਾਂ ਇਸ ਤਰੀਕੇ ਨਾਲ ਆਪਾਂ ਇੰਟਰੋ ਬਣਾਤੀ। ਹੁਣ ਕਾਫੀ ਸਟੂਡੈਂਟ ਹੈਗੇ ਆ, ਜਿਹੜਾ ਆਪਾਂ ਸਟਰਕਚਰ ਦੀ ਗੱਲ ਕਰੀਏ, ਜੇ ਆਪਾਂ ਟਾਸਕ 1 ਦੀ, ਠੀਕ ਆ, ਤਾਂ ਓਵਰਆਲ ਜਿਹੜਾ ਹੈਗਾ ਇੰਟਰੋ ਤੋਂ ਬਾਅਦ ਲਿਖਦੇ ਆ, ਠੀਕ ਆ। ਪਹਿਲੀ ਗੱਲ ਤਾਂ ਇਹ ਹੈਗੀ ਹੈ, ਮੈਂ ਬਹੁਤ ਹੀ ਕਲੀਅਰਲੀ ਦੱਸਦਾ ਕਿ ਅੱਜ ਦੇ ਵਿੱਚ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ ਕਿ ਤੁਸੀਂ ਓਵਰਆਲ ਇੰਟਰੋ ਤੋਂ ਬਾਅਦ ਲਿਖਣਾ, ਜਾਂ ਫਿਰ ਤੁਸੀਂ ਮਤਲਬ ਕਿ ਇੰਟਰੋ ਜਾਨੀ ਲਾਸਟ ਦੇ ਵਿੱਚ ਲਿਖਣਾ ਹੈ ਨਾ, BP ਸੈਕਿੰਡ ਤੋਂ ਬਾਅਦ ਲਿਖਣਾ ਵਾ, ਤਾਂ ਇਹ ਗੱਲ ਕੀਤੀ ਨਹੀਂ ਮੈਂਸ਼ਨ। ਬਟ ਜੇ ਆਪਾਂ ਓਵਰਆਲ ਦੀ ਗੱਲ ਕਰੀਏ, ਆਪਾਂ ਓਵਰਆਲ ਦੇ ਵਿੱਚ ਕੀ ਲਿਖਦੇ ਹਾਂ, ਓਵਰਆਲ 'ਚ ਆਪਾਂ ਨਿਚੋੜ ਲਿਖਦੇ ਹਾਂ, ਜੋ ਵੀ ਆਪਾਂ ਸਾਰਾ ਲਿਖ ਦਿੱਤਾ ਹੁੰਦਾ ਨਾ ਐਸੇ ਦੇ ਵਿੱਚ। ਲਾਈਕ ਹੁਣ ਆਪਾਂ ਇਹ ਲਿਖ ਦਿੰਦੇ ਨੇ ਵੀ ਸਭ ਤੋਂ ਵੱਧ ਕੀ ਹੈ, ਸਭ ਤੋਂ ਘੱਟ ਕੀ ਹੈ, ਹੈ ਨਾ। ਮੋਸਟ ਆਫ ਦਾ ਟਾਈਮ ਆਪਾਂ ਇਹ ਲਿਖਦੇ ਹਾਂ ਓਵਰਆਲ ਦੇ ਵਿੱਚ। ਤੇ ਓਵਰਆਲ ਦਾ ਮਤਲਬ ਇਹ ਹੁੰਦਾ ਕਿ ਆਪਾਂ ਹੁਣ ਸਾਰਾ ਐਸੇ ਜਿਹੜਾ ਹੈਗਾ ਐਨਾਲਾਈਜ਼ ਕਰ ਲਿਆ ਵਾ, ਉਸ ਤੋਂ ਬਾਅਦ ਅਸੀਂ ਉਹਦਾ ਨਿਚੋੜ ਕੱਢ ਰਹੇ ਹਾਂ ਵੀ ਇਹ ਜ਼ਿਆਦਾ ਚੀਜ਼ ਹੈ, ਜ਼ਿਆਦਾ। ਹੁਣ ਦੇਖੋ, ਜਦੋਂ ਤੁਸੀਂ ਕੋਈ ਕਿਸੇ ਚੀਜ਼ ਦਾ ਹਲੇ ਦੇਖਿਆ ਹੀ ਨਹੀਂ ਹੈਗਾ, ਮਤਲਬ ਜਦੋਂ ਤੁਸੀਂ ਇੰਟਰੋ ਲਿਖੀ ਹੈ, ਇੰਟਰੋ ਤੋਂ ਹਲੇ ਤੁਸੀਂ ਇਕੱਲੀ ਇੰਟਰੋ ਹੀ ਬਣਾਈ ਹੈ ਨਾ, ਤੁਸੀਂ ਹੋਰ ਤਾਂ ਕੁਛ ਦੇਖਿਆ ਨਹੀਂ ਵੀ ਕਿੰਨਾ ਕਿੰਨਾ ਕੀ ਇਹਦਾ ਵੱਧ ਆ, ਤੇ ਉਹ ਤੁਹਾਨੂੰ ਪਹਿਲਾਂ ਹੀ ਕਿਵੇਂ ਪਤਾ ਲੱਗ ਗਿਆ ਹੈ ਨਾ ਵੀ ਵੱਧ ਕਿਹੜੀ ਚੀਜ਼ ਹੈ, ਘੱਟ ਕਿਹੜੀ ਚੀਜ਼ ਆ। ਇਸ ਲਈ ਓਵਰਆਲ ਜਿਹੜਾ ਜ਼ਿਆਦਾ ਸੂਟੇਬਲ ਹੈਗਾ ਲਾਸਟ 'ਤੇ ਤੁਸੀਂ ਲਿਖ ਸਕਦੇ ਇੰਟਰੋ ਤੋਂ ਬਾਅਦ ਵੀ। ਬਟ ਮੇਰੇ ਸੁਜੈਸ਼ਨ 'ਤੇ ਮੈਂ ਇਹੀ ਕਹਿ ਰਹੀ ਹਾਂ ਕਿ ਤੁਸੀਂ ਜਿਹੜਾ ਲਾਸਟ 'ਤੇ ਲਿਖੋ, ਠੀਕ ਆ। BP ਸੈਕਿੰਡ ਜੋ ਤੁਸੀਂ ਲਿਖ ਲੈਂਦੇ ਉਸ ਤੋਂ ਬਾਅਦ ਓਵਰਆਲ ਲਿਖੋ। ਓਵਰਆਲ ਦਾ ਸਹੀ ਮੀਨਿੰਗ ਇਹੀ ਹੈ ਕਿ ਸਾਰੇ ਐਸੇ ਦਾ ਨਿਚੋੜ ਉਹ ਆਪਾਂ ਲਾਸਟ 'ਤੇ ਹੀ ਕਰਾਂਗੇ, ਜਦੋਂ ਆਪਾਂ ਸਾਰਾ ਐਸੇ ਜਿਹੜਾ ਲਿਖ ਲਿਆ। ਤਾਂ ਉਹ ਤੋਂ ਬਾਅਦ ਕੀ ਆ, ਹੁਣ ਆਪਾਂ ਲਿਖਦੇ ਹੈਗੇ ਆ BP1, ਠੀਕ ਆ। BP1 ਦੇ ਵਿੱਚ ਇੱਕ ਜਦੋਂ ਆਪਾਂ ਸਟਾਰਟ ਕਰਨੀ ਆ ਤਾਂ ਉਹ ਬੇਸਿਕ ਲਾਈਨ ਚਾਹੀਦੀ ਆਪਾਂ ਨੂੰ, ਹੈ ਨਾ, ਕਿਉਂਕਿ ਆਪਾਂ ਸਿੱਧਾ ਹੀ ਨਹੀਂ ਸਟਾਰਟ ਕਰਦੇ ਹੁੰਦੇ, ਇੱਕ ਲਾਈਨ ਲਾਉਂਦੇ ਹੁੰਦੇ ਆ। ਤਾਂ ਤੁਸੀਂ ਇਹ ਵੀ ਰੱਖ ਸਕਦੇ, ਪਹਿਲਾਂ ਤੁਸੀਂ ਇਹ ਲਿਖਦੇ ਆਫਟਰ ਐਨਾਲਾਈਜ਼ਿੰਗ, ਠੀਕ ਹੈ। ਤੁਸੀਂ ਐਨਾਲਾਈਜ਼ਿੰਗ ਇਹ ਲਿਖ ਕੇ ਉਸ ਤੋਂ ਬਾਅਦ ਵੀ ਤੁਸੀਂ ਲਿਖ ਸਕਦੇ ਇਟ ਇਜ਼ ਕ੍ਰਿਸਟਲ ਕਲੀਅਰ। ਜੇ ਤੁਸੀਂ ਆਫਟਰ ਐਨਾਲਾਈਜ਼ਿੰਗ ਨਹੀਂ ਲਿਖਣਾ ਹੈਗਾ, ਤੁਸੀਂ ਸਿੱਧਾ ਵੀ ਲਿਖ ਸਕਦੇ ਇਟ ਇਜ਼ ਕ੍ਰਿਸਟਲ ਕਲੀਅਰ ਫਰੋਮ ਦਾ ਗਿਵਨ ਚਾਰਟਸ। ਹੁਣ ਆਪਾਂ ਦੱਸਦਾ ਕਿ ਗਿਵਨ ਚਾਰਟਸ ਜਿਹੜੇ ਦਿੱਤੇ ਗਏ ਚਾਰਟਸ ਆ ਉਹਨਾਂ ਤੋਂ ਹੀ ਕਲੀਅਰ ਹੋ ਗਿਆ, ਠੀਕ ਆ। ਮੇਨ ਲਾਈਨ ਤੁਸੀਂ ਇਹੀ ਲਾਈਨ ਹਰ ਇੱਕ ਟਾਸਕ ਦੇ ਵਿੱਚ ਲਿਖ, ਜਿੱਦਾਂ 7 ਟਾਈਪਸ ਦੇ ਆਪਣੇ ਕੋਲ ਟਾਸਕ ਹੁੰਦੇ ਆ, ਤੁਸੀਂ ਹਰ ਇੱਕ ਲਾਈਨ ਜਿਹੜੀ ਇਹ ਲਾਈਨ ਆ ਹਰ ਇੱਕ ਟਾਸਕ ਦੇ ਵਿੱਚ ਫਿੱਟ ਕਰ ਸਕਦੇ ਆ, ਠੀਕ ਆ। ਦੈਟ ਕੀ ਕਲੀਅਰ ਆ। ਹੁਣ ਆਪਾਂ ਦੇਖਦੇ ਹਾਂ ਗੈਸ ਜਨਰੇਟਡ 29.63% ਇਨ 1995, ਠੀਕ ਆ। ਜਿਹੜੀ ਗੈਸ ਆ ਉਹਨੇ ਕਿੰਨੀ ਜਿਹੜੀ ਐਨਰਜੀ ਜਨਰੇਟ ਕੀਤੀ ਆ 29.63% ਇਨ 1995 ਦੇ ਵਿੱਚ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ, ਦੇਖੀਏ ਜਿਹੜੀ ਗੈਸ ਦੀ ਗੱਲ ਹੈਗੀ ਆ। ਦੇਖੋ ਗੈਸ ਆਪਣੇ ਕੋਲੇ ਕਿੰਨੀ ਹੈਗੀ ਆ 29.63 ਸੀ ਨਾ ਆਪਣੇ ਕੋਲੇ। ਤਾਂ ਦੇਖੋ ਗੈਸ ਜਿਹੜੀ ਆ 29.63 ਆ, ਅਤੇ ਆਪਾਂ ਕੀ ਜਿਹੜਾ ਈਅਰ ਲਾਇਆ ਸੀਗਾ ਉਹ ਕੀ ਸੀਗਾ ਆਪਣੇ ਕੋਲੇ 1995, ਠੀਕ ਆ। ਤਾਂ 1995 ਇਹੀ ਗੈਸ ਤੁਸੀਂ ਦੇਖੋ ਕਿ ਆਪਣੇ ਕੋਲੇ ਜਿਹੜੀ ਹੈਗੀ ਹੈ 2005 ਦੇ ਵਿੱਚ ਕੀ ਹੋਈ ਹੈ, ਇੰਕਰੀਜ਼ ਹੋਈ ਹੈ, ਠੀਕ ਆ। ਵੱਧ ਗਈ ਨਾ 29 ਨਾਲੋਂ, ਇਹ ਤੇ ਹੋ ਗਈ 30.31, ਠੀਕ ਆ। ਤਾਂ ਹੁਣ ਆਪਾਂ ਇਹਨੂੰ ਲਿਖਣਾ, ਹੁਣ ਇਹੀ ਲਾਈਨ ਆਪਾਂ ਲਿਖ ਦਾਂਗੇ ਕਿ ਵੱਧ ਗਈ ਆ। ਹੁਣ ਸਿੰਪਲੀ ਤੁਸੀਂ ਇਹ ਗੱਲ ਲਿਖਣ ਦੀ ਜਗ੍ਹਾ 'ਤੇ ਹੈ ਨਾ ਵੀ 1995 'ਚ ਇੰਨੀ ਸੀਗੀ ਅਤੇ 2005 'ਚ ਇੰਨੀ ਸੀ, ਇਹ ਲਾਈਨ ਦੀ ਲਿਖਣ ਦੀ ਜਗ੍ਹਾ ਤੁਸੀਂ ਕੰਪੈਰੀਜ਼ਨ ਕਰੋ ਨਾ। ਕੰਪੈਰੀਜ਼ਨ ਕਰਕੇ ਦੇਖੋ, ਇੱਦਾਂ ਲਿਖੋ ਵੀ ਜਿਵੇਂ ਹੁਣ ਆਪਣੇ ਕੋਲੇ ਗੈਸ ਜਿਹੜੀ ਵੀ 1995 ਦੇ ਵਿੱਚ 29.63 ਸੀ, ਬਈ ਵੀ ਜਦੋਂ ਉਹ ਹੈ ਨਾ 2005 ਦੇ ਵਿੱਚ ਗਈ ਤਾਂ ਇਹੀ ਜਿਹੜੀ ਸੀਗੀ ਇੰਕਰੀਜ਼ ਹੋ ਗਈ, ਵੱਧ ਗਈ। ਅਤੇ ਉਹ ਜਿਹੜੀ ਕਿੰਨੀ ਵਧੀਆ ਤੁਸੀਂ ਇਹ ਵੀ ਮੈਂਸ਼ਨ ਕਰ ਸਕਦੇ ਹੋ। ਜੇ ਨਹੀਂ ਕਰਨਾ ਸਿੰਪਲੀ ਤੁਸੀਂ ਕਹਿ ਸਕਦੇ ਕਿ ਇੰਕਰੀਜ਼ ਹੋ ਕੇ ਜਿਹੜੀ ਇਹ ਇੱਥੇ ਤੱਕ ਚਲੀ ਗਈ, ਠੀਕ ਆ। ਤਾਂ ਹੁਣ ਆਪਾਂ ਇਹੀ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਲਿਖਣਾ ਹੈਗਾ। ਦੇਖੋ ਆਪਾਂ ਇੱਥੇ ਦੱਸਤਾ ਕਿ ਜਨਰੇਟਡ ਇੰਨੀ, ਜਿੰਨੀ ਉਹਨੇ ਕੀਤੀ ਉਹ ਜਨਰੇਟ ਆਪਾਂ ਦੱਸਤੀ 1995। ਉਸ ਤੋਂ ਬਾਅਦ ਆਪਾਂ ਲਿਖਿਆ ਵਿਚ ਇੰਕਰੀਜ਼, ਠੀਕ ਹੈ, ਜਿਹੜੀ ਇੰਕਰੀਜ਼ ਹੋ ਗਈ ਸੀ, ਹੈ ਨਾ, ਕਿੰਨੀ ਆ ਮਾਰਜਨਲੀ ਹੁੰਦਾ ਮਾਮੂਲੀ ਤੌਰ 'ਤੇ 30.1%, ਠੀਕ ਆ। ਤਾਂ 30.1% ਸੀਗੀ ਜਿਹੜੀ ਇਨ 10 ਈਅਰ ਟਾਈਮ ਪੀਰੀਅਡ। ਤਾਂ ਉਦੋਂ ਬਾਅਦ ਆਪਾਂ ਲਿਖਤਾ ਕਿ ਇਨ 10 ਈਅਰ ਟਾਈਮ ਪੀਰੀਅਡ। ਦੇਖੋ 10 ਈਅਰ ਹੈਗੇ ਨਾ 1995 ਤੋਂ ਲੈ ਕੇ 2005 ਤੱਕ, ਹੈ ਨਾ। ਤਾਂ ਉਹ ਆਪਾਂ ਦੱਸਤਾ ਕਿ 10 ਈਅਰ, ਤੁਸੀਂ ਡਿਕੇਡ ਵੀ ਲਿਖ ਸਕਦੇ ਹੈਗੇ ਆ, ਠੀਕ ਹੈ। ਡਿਕੇਡ ਵੀ ਉਹ 10 ਈਅਰ ਦੇ ਟਾਈਮ ਪੀਰੀਅਡ ਨੂੰ ਹੀ ਕਹਿੰਦੇ ਹੈਗੇ ਆ। ਤਾਂ ਤੁਸੀਂ ਇਹ ਵੀ ਲਿਖ ਸਕਦੇ ਆ। ਹੁਣ ਆਪਾਂ ਦੱਸਤਾ ਕਿ ਉਹ ਜਿਹੜੀ ਆਪਣੇ ਕੋਲੇ ਕੀ ਹੋ ਗਈ ਆ, ਆਪਣੇ ਕੋਲੇ ਜਿਹੜੀ ਗੈਸ ਸੀਗੀ ਉਹ 30 ਪੁਆਇੰਟ ਜਿਹੜੀ ਆ 30 ਪੁਆਇੰਟ ਆਪਣੇ ਕੋਲ 31% ਹੋ ਗਈ ਆ। ਤਾਂ ਇੱਥੇ ਜਿਹੜਾ ਆਪਣੇ ਕੋਲੇ 31 ਆਉਣਾ ਸੀਗਾ, ਠੀਕ ਹੈ, ਪਿੱਛੇ ਵੀ
ਤਾਂ ਉਹ ਤੁਸੀਂ ਥੋੜ੍ਹਾ ਦੇਖ ਲਿਓ। 31 ਸੀਗਾ ਆਪਣੇ ਕੋਲ, ਆਪਾਂ ਇਕੱਲਾ ਜਿਹੜਾ 1 ਲਿਖਿਆ ਸੀਗਾ। ਤਾਂ ਉਦੋਂ ਬਾਅਦ ਕੀ ਆ, ਹੁਣ ਤੁਸੀਂ ਨੈਕਸਟ ਲਾਈਨ, ਇਹ ਤਾਂ ਤੁਸੀਂ ਗੈਸ ਦਾ ਸੀਗਾ, ਗੈਸ ਦਾ ਜੋ ਆਪਾਂ ਨੂੰ ਡੇਟਾ ਦਿੱਤਾ ਸੀਗਾ ਉਹ ਆਪਾਂ ਦੱਸ ਦਿੱਤਾ। ਹੁਣ ਉਸ ਤੋਂ ਬਾਅਦ ਤੁਸੀਂ ਕੀ ਕਿਸੇ ਹੋਰ ਵੱਲ ਮੂਵ ਕਰ ਰਹੇ ਹੈਗੇ, ਹੁਣ ਤੁਸੀਂ ਨਿਊਕਲੀਅਰ એનર્ਜੀ ਬਾਰੇ ਦੱਸ ਰਹੇ ਹੋ, ਤਾਂ ਤੁਹਾਨੂੰ ਇੱਕ ਕਨੈਕਟਰ ਚਾਹੀਦਾ, ਠੀਕ ਆ। ਤਾਂ ਉਹ ਕਨੈਕਟਰ ਕੀ ਆਪਾਂ ਯੂਜ਼ ਕੀਤਾ, ਫਰਦਰ ਮੋਡ, ਠੀਕ ਆ। ਜਦੋਂ ਤੁਸੀਂ ਫਰਦਰ ਮੋਡ ਲਾ ਦਿੱਤਾ ਦੈਨ ਪਤਾ ਲੱਗ ਗਿਆ, ਐਗਜ਼ਾਮੀਨਰ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੀ ਗੱਲ ਅੱਗੇ ਜਾ ਰਹੀ ਹੈਗੀ ਹੁਣ ਨੈਕਸਟ ਦੀ ਗੱਲ ਹੋਊਗੀ, ਹੈ ਨਾ। ਤਾਂ ਤੁਹਾਨੂੰ ਵੀ ਜਿਹੜੀ ਕਨੈਕਟੀਵਿਟੀ ਰਹਿ ਜਾਂਦੀ ਹੈ ਐਸੇ ਦੇ ਵਿੱਚ ਵੀ, ਇੱਦਾਂ ਨਹੀਂ ਲੱਗਦਾ ਹੈਗਾ ਵੀ ਕੁਛ ਕਨੈਕਟ ਨਹੀਂ ਹੋ ਰਿਹਾ, ਕਿਹੜੀ ਲਾਈਨ ਪਤਾ ਨਹੀਂ ਚੱਲ ਰਹੀ ਕਿੱਥੋਂ ਸਟਾਰਟ ਕੀਤੀ ਹੈਗੀ ਹੈ, ਕਿੱਥੇ ਐਂਡ ਕੀਤਾ। ਤਾਂ ਇਸ ਤਰੀਕੇ ਨਾਲ ਜਿਹੜੇ ਕਨੈਕਟਰ ਹੈਗੇ ਹੈਲਪ ਕਰਦੇ ਆ ਕਨੈਕਟੀਵਿਟੀ ਲੈ ਕੇ ਆਉਣ ਦੇ। ਤਾਂ ਨਿਊਕਲੀਅਰ એનર્ਜੀ ਦਾ ਹੁਣ ਤੁਸੀਂ ਦੱਸਣਾ ਵਾ, ਨਿਊਕਲੀਅਰ એનર્ਜੀ ਆਪਾਂ ਦੇਖ ਲਈਏ। ਆ ਦੇਖੋ, ਨਿਊਕਲੀਅਰ એનર્ਜੀ ਜਿਹੜੀ ਹੈਗੀ ਉਹ ਜਿਹੜੀ ਆਪਣੇ ਕੋਲੇ 6.40% ਹੈਗੀ ਆ, ਠੀਕ ਆ, ਨਿਊਕਲੀਅਰ। ਤੇ ਇਦੋਂ ਕੀ ਆ, ਇਹ ਹੈਗੀ ਸੀ 1995 ਤੇ 2005 ਦੇ ਵਿੱਚ ਇਹੀ ਨਿਊਕਲੀਅਰ ਕੀ ਹੋਗੀ 10.10%, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ ਨਿਊਕਲੀਅਰ ਤੇ। ਹੁਣ ਆਪਾਂ ਇਹੀ ਦੱਸਣਾ, ਤੇ ਇਹ ਆਪਾਂ ਹੁਣ ਜਿਹੜੀ ਆਹ ਵਾਲੀ ਲਾਈਨ ਹੁਣ ਪਹਿਲਾਂ ਆਪਾਂ ਫਾਰਮ ਕਰ ਚੁੱਕੇ ਹਾਂ ਵੀ ਇਹ ਇੰਕਰੀਜ਼ ਹੋ ਗਈ। ਹੁਣ ਆਪਾਂ ਇਹੀ ਗੱਲ ਸੇਮ ਇਹਦੇ ਵਿੱਚ ਨਹੀਂ ਕਹਿ ਸਕਦੇ ਕਿ ਹੈ ਨਾ ਵੀ ਇਹ ਇੰਕਰੀਜ਼ ਹੋ ਗਈ ਆ, ਕਿਉਂਕਿ ਹੋਈ ਤਾਂ ਇੰਕਰੀਜ਼ ਹੀ ਆ। ਦੇਖੋ ਜੇ ਨਿਊਕਲੀਅਰ ਇੱਥੇ ਆਪਣੇ ਕੋਲ 6.40% ਸੀਗੀ, ਹੈ ਨਾ, ਤੇ ਇੱਥੇ ਆਪਣੇ ਕੋਲ ਨਿਊਕਲੀਅਰ ਕੀ ਹੋ ਗਈ 10.10% ਹੋ ਗਈ। ਬਟ ਹੁਣ ਆਪਾਂ ਇਹੀ ਗੱਲ ਨਹੀਂ ਲਿਖ ਸਕਦੇ ਕਿ ਉਹੀ ਜਿਹੜੀ 1995 'ਚ ਇੰਨੀ ਸੀ ਬਟ ਬਾਅਦ ਵਿੱਚ ਇੰਕਰੀਜ਼ ਹੋ ਕੇ ਇੰਨੀ ਹੋ ਗਈ, ਕਿਉਂਕਿ ਉਹ ਲਾਈਨ ਆਪਾਂ ਇੱਕ ਵਾਰੀ ਫਾਰਮ ਕਰ ਚੁੱਕੇ ਹਾਂ, ਉਹ ਹੁਣ ਆਪਾਂ ਦੁਬਾਰਾ ਨਹੀਂ ਕਰਨੀ। ਹੁਣ ਆਪਾਂ ਕਿਸ ਤਰੀਕੇ ਨਾਲ ਲਿਖਾਂਗੇ, ਹੁਣ ਆਪਾਂ ਕਰਮਵਾਰ ਲਈ ਲਿਖ ਦਾਂਗੇ। ਆਪਾਂ ਪਹਿਲਾਂ ਲਿਖਾਂਗੇ ਕਿ ਨਿਊਕਲੀਅਰ 1995 ਵਿੱਚ ਮਤਲਬ ਕਿ ਨਿਊਕਲੀਅਰ ਜਿਹੜੀ ਸੀਗੀ ਐਨੀ ਸੀਗੀ ਦੋਨਾਂ ਦੇ ਵਿੱਚ, 1995 ਵਿੱਚ ਐਨੀ ਸੀ ਤੇ 2005 ਦੇ ਵਿੱਚ ਇੰਨੀ ਸੀ ਕਰਮਵਾਰ, ਠੀਕ ਆ। ਤਾਂ ਉਹ ਲਾਈਨ ਤੁਹਾਨੂੰ ਦੱਸਦੀ ਹਾਂ, ਰਿਸਪੈਕਟਿਵਲੀ ਯੂਜ਼ ਕਰਕੇ ਆਪਾਂ ਲਿਖਦੇ ਹੁੰਦੇ ਹਾਂ, ਉਹਨੂੰ ਕਿੱਦਾਂ ਫਾਰਮ ਕਰਦੇ ਹੋ। ਦੇਖੋ ਨਿਊਕਲੀਅਰ એનર્ਜੀ ਪ੍ਰੋਡਕਸ਼ਨ ਵਾਜ਼ 6.40%, ਜਿਹੜੀ ਪ੍ਰੋਡਕਸ਼ਨ ਸੀਗੀ ਨਿਊਕਲੀਅਰ એનર્ਜੀ ਦੀ ਉਹ ਕਿੰਨੀ ਸੀਗੀ, ਉਹ 6.40% ਐਂਡ 10.10%, ਠੀਕ ਆ। ਕਿੰਨੀ ਸੀਗੀ ਉਹ ਦੋਨੇ ਆਪਾਂ ਦੱਸਤਾ ਇਨ 1995 ਐਂਡ 2005। ਤਾਂ ਹੁਣ ਆਪਾਂ ਦੋਨੇ ਮਗਰ ਈਅਰ ਦੱਸਦੇ, ਠੀਕ ਆ। ਤਾਂ ਉਦੋਂ ਬਾਅਦ ਕੀ ਆਪਾਂ ਕਰ ਦਿੱਤਾ ਰਿਸਪੈਕਟਿਵਲੀ ਵਰਡ ਦਾ ਮਤਲਬ ਹੁੰਦਾ ਆਰਡਰਲੀ, ਮਤਲਬ ਕਰਮਵਾਰ ਪੰਜਾਬੀ ਵਿੱਚ, ਠੀਕ ਆ। ਤਾਂ ਕਰਮਵਾਰ ਮਤਲਬ ਕੀ ਹੋਇਆ, ਜਿਹੜਾ ਤੁਸੀਂ ਫਸਟ ਦਾ ਡਾਟਾ ਲਿਖਿਆ ਜਾਣੀ ਕਿ 1995 ਦਾ ਇਹ ਹੋ ਗਿਆ 6.40 ਵਾਲਾ, ਹੈ ਨਾ। ਤੇ ਉਦੋਂ ਬਾਅਦ ਜਿਹੜਾ ਆਪਣੇ ਕੋਲੇ 2005 ਦਾ ਉਹ ਕੀ ਹੈ 10.10 ਵਾਲਾ ਹੋ ਗਿਆ। ਤਾਂ ਇਹਦਾ ਮਤਲਬ ਹੁੰਦਾ ਇਹੀ ਰਿਸਪੈਕਟਿਵਲੀ ਪਹਿਲਾਂ ਆਪਾਂ ਜਿਹੜੀ ਡੇਟਾ ਮੈਂਸ਼ਨ ਕਰਦੇ ਤਾਂ ਉਸ ਤੋਂ ਬਾਅਦ ਈਅਰ ਮੈਂਸ਼ਨ ਕਰਤੇ ਇਕੱਠੇ, ਠੀਕ ਆ। ਤਾਂ ਇਹ ਆਪਾਂ ਜੇ ਕੱਲੀ ਇੱਦਾਂ ਲਿਖਦੇ ਜਿੱਦਾਂ, ਹੈ ਨਾ, ਨਿਊਕਲੀਅਰ એનર્ਜੀ ਪ੍ਰੋਡਕਸ਼ਨ ਵਾਜ਼ 6.40%, ਹੈ ਨਾ, ਇਨ 1995। ਤਾਂ ਉਹ ਜਿਹੜਾ ਆਪਾਂ ਨੂੰ ਫਿਰ ਦੂਸਰੀ ਲਾਈਨ ਫਿਰ ਅਲੱਗ ਤੋਂ ਫਾਰਮ ਕਰਨੀ ਪੈਣੀ ਸੀ, ਇਸ ਲਈ ਆਪਾਂ ਦੋਨਾਂ ਦਾ ਡਾਟਾ ਇੱਕ ਹੀ ਲਾਈਨ ਦੇ ਵਿੱਚ ਦੱਸਦਾ, ਜਸਟ ਇੱਕ ਵਰਡ ਲਾ ਕੇ ਰਿਸਪੈਕਟਿਵਲੀ। ਤਾਂ ਇਹ ਜਿਹੜਾ ਤੁਸੀਂ ਯੂਜ਼ ਕਰ ਸਕਦੇ, ਇੱਕ ਸੈਂਟੈਂਸ ਟਾਈਪ ਆ। ਦੇਖੋ ਹੁਣ ਆਪਾਂ ਦੋ ਜਿਹੜੇ ਸੀਗੇ, ਦੋ ਆਪਾਂ ਅਲੱਗ-ਅਲੱਗ ਜਿਹੜੇ ਤਰੀਕੇ ਨਾਲ ਬਣਾ ਲਿਆ। ਉਸ ਤੋਂ ਬਾਅਦ ਹੁਣ ਆਪਾਂ ਤੀਸਰੇ ਵਾਲੀ ਮੂਵ ਕਰ ਰਹੇ ਹਾਂ, ਤਾਂ ਆਪਾਂ ਨੂੰ ਇੱਕ ਕਨੈਕਟਰ ਚਾਹੀਦਾ। ਕਨੈਕਟਰ ਕੀ ਹੋ ਗਿਆ, ਮੋਰ ਓਵਰ ਲਾ ਦਿੱਤਾ, ਠੀਕ ਆ। ਮਤਲਬ ਗੱਲ ਅੱਗੇ ਚੱਲ ਰਹੀ ਹੈ, ਮੋਰ ਓਵਰ ਲਾ ਦਿੱਤਾ। ਤਾਂ ਉਸ ਤੋਂ ਬਾਅਦ ਕੀ ਆ, ਹੁਣ ਆਪਾਂ ਕੀ ਕਰਨੀ ਹੈਗੀ, ਪੈਟਰੋਲ ਦੀ ਦੇਖਣੀ ਆ। ਤਾਂ ਪੈਟਰੋਲ ਕੀ ਆ, ਦੇਖੋ ਇਹਦੀ ਹੈਗੀ ਆ 29%, ਜਿਹੜੀ ਆਪਣੇ 0.27% ਜਿਹੜੀ ਆਪਣੇ ਕੋਲੇ ਹੈਗੀ ਆ, ਹੈ ਨਾ। ਤਾਂ ਆਪਣੀ ਜਿਹੜੀ ਇੰਨੀ ਜਨਰੇਟ ਹੋਈ ਸੀ ਪੈਟਰੋਲ ਤੋਂ। ਤੇ ਉਸ ਤੋਂ ਬਾਅਦ ਜਿਹੜੀ ਆਪਣੇ 1995 'ਚ, ਜੇ 2005 ਦੀ ਗੱਲ ਕਰੀਏ ਤਾਂ ਉੱਥੇ ਆਪਣੇ ਕੋਲ ਕਿੰਨੀ ਹੋ ਗਈ 19.55%। ਤਾਂ ਮਤਲਬ ਕਿ ਜਿਹੜੀ ਇਹ ਘਟ ਗਈ ਹੈ, ਠੀਕ ਆ। ਤਾਂ ਹੁਣ ਆਪਾਂ ਇਹ ਦੱਸਣਾ ਹੈਗਾ ਘਟ ਗਈ। ਹੁਣ ਆਪਾਂ ਇਹਦਾ ਕੰਪੈਰੀਜ਼ਨ ਇਸ ਤਰੀਕੇ ਨਾਲ ਕਰਾਂਗੇ ਕਿ ਇਹ ਇਸ ਦੇ ਵਿੱਚ ਲੈਸ ਸੀਗੀ ਐਜ਼ ਕੰਪੇਅਰ ਟੂ ਫਸਟ ਈਅਰ। ਮਤਲਬ ਹੁਣ ਆਪਾਂ ਇੱਦਾਂ ਲਿਖਾਂਗੇ ਕਿ 2005 ਦੇ ਵਿੱਚ ਇਹ ਲੈਸ ਸੀਗੀ, ਘੱਟ ਸੀਗੀ ਐਜ਼ ਕੰਪੇਅਰ ਟੂ 1995 ਨਾਲ। ਦੇਖੋ 1995 ਨਾਲ ਜੇ ਆਪਾਂ ਕੰਪੈਰੀਜ਼ਨ ਕਰੀਏ ਇਹਦਾ, ਹੈ ਨਾ, ਤੇ ਇਹ ਜਿਹੜੀ ਆਪਣੇ ਕੋਲੇ 29 ਪੁਆਇੰਟ ਸੀਗੀ ਤੇ ਇੱਥੇ ਫਿਰ ਲੈਸ ਹੀ ਹੋ ਗਈ ਨਾ, ਇੱਥੇ 19 ਰਹਿ ਗਈ, ਹੈ ਨਾ। ਤਾਂ ਹੁਣ ਇੱਥੇ ਚੱਲਦੇ ਆਪਾਂ, ਦੇਖੋ ਹੁਣ ਤੀਸਰੀ ਜਿਹੜੀ ਆਪਾਂ ਸੈਂਟੈਂਸ ਬਣਾ ਰਹੇ ਹੋ ਫਿਰ ਆਪਾਂ ਇੱਕ ਡਿਫਰੈਂਟ ਜਿਹੜੇ ਸਟਾਈਲ ਨਾਲ ਪਰਫੋਰਮ ਕਰਾਂਗੇ। ਦੇਖੋ ਦ ਰੇਸ਼ੀਓ ਆਫ એનર્ਜੀ ਪ੍ਰੋਡਿਊਸਡ ਬਾਈ ਪੈਟਰੋਲ, ਠੀਕ ਆ। ਇੱਕ ਤਾਂ ਪੈਸਿਵ ਦੇ ਵਿੱਚ ਬਣਾ ਦਿੱਤਾ, ਦ ਰੇਸ਼ੀਓ ਆਫ એનર્ਜੀ ਪ੍ਰੋਡਿਊਸਡ ਬਾਈ ਪੈਟਰੋਲ, ਜਿਹੜੀ ਮਤਲਬ ਕਿ ਪੈਟਰੋਲ ਦੇ ਦੁਆਰਾ ਜਿਹੜੀ ਪ੍ਰੋਡਿਊਸ ਹੋਈ ਆ ਉਹ એનર્ਜੀ ਦੀ ਗੱਲ ਹੋ ਰਹੀ, ਪੈਸਿਵ ਵੀ ਬਣ ਗਿਆ ਆਪਣਾ, ਹੈ ਨਾ। ਤਾਂ ਵਾਜ਼ ਲੈਸ ਇਨ, ਠੀਕ ਆ, ਲੈਸ ਸੀਗੀ ਕਿਵੇਂ 2005 ਦੇ ਵਿੱਚ, 2005 ਦੇ ਵਿੱਚ ਲੈਸ ਸੀਗੀ ਐਜ਼ ਕੰਪੇਅਰ ਟੂ ਫਸਟ ਈਅਰ। ਫਸਟ ਈਅਰ ਆਪਾਂ ਕਿਹਦੇ ਲਈ ਯੂਜ਼ ਕੀਤਾ 1995 ਲਈ, ਕਿਉਂਕਿ 2 ਈਅਰ ਦੀ ਗੱਲ ਹੋਈ ਹੈ, ਉਹੀ ਫਸਟ ਹੋਇਆ ਨਾ ਆਪਣਾ, ਇਹ ਤਾਂ ਲਾਸਟ ਹੋ ਗਿਆ ਆਪਣੇ ਕੋਲੇ, ਠੀਕ ਆ, 2005। ਤਾਂ ਆਪਾਂ ਦੱਸਤਾ ਕਿ ਉਹਦੇ ਵਿੱਚ ਲੈਸ ਸੀਗੀ ਐਜ਼ ਕੰਪੇਅਰ ਟੂ ਫਸਟ ਈਅਰ। ਜੇ ਫਸਟ ਈਅਰ ਦੇ ਨਾਲ ਕੰਪੈਰੀਜ਼ਨ ਕਰਕੇ ਦੇਖਿਆ ਜਾਵੇ ਤਾਂ ਇਹ 2005 ਦੇ ਵਿੱਚ ਥੋੜੀ ਪਾਈ ਗਈ ਹੈ, ਠੀਕ ਆ। ਤਾਂ ਇਸ ਤਰੀਕੇ ਨਾਲ ਜਿਹੜੇ ਆਪਾਂ ਥਰਡ ਸੈਂਟੈਂਸ ਫਾਰਮ ਕਰ ਦਿੱਤਾ। ਤਾਂ ਹੁਣ ਆਪਣੇ ਕੋਲੇ ਕੀ ਗੱਲ ਆ ਗਈ BP2 ਦੀ, ਠੀਕ ਆ। ਤਾਂ ਜਿਹੜੀ ਜੇ ਆਪਣੇ ਕੋਲੇ ਚੀਜ਼ਾਂ ਹੋ ਗਈਆਂ ਉਹਨੂੰ ਆਪਾਂ ਕੱਢ ਦਈਏ। ਪੈਟਰੋਲ ਆਪਾਂ ਲਿਖ ਦਿੱਤਾ, ਠੀਕ ਆ। ਉਸ ਤੋਂ ਬਾਅਦ ਆਪਾਂ ਨਿਊਕਲੀਅਰ ਵੀ ਲਿਖਤਾ ਸੀਗਾ। ਤਾਂ ਗੈਸ ਜਿਹੜਾ ਆਪਾਂ ਫਸਟ ਦੇ ਵਿੱਚ ਹੀ ਲਿਖ ਦਿੱਤਾ ਸੀ।
ਹੁਣ ਆਪਣੇ ਕੋਲੇ ਦੋ ਚੀਜ਼ਾਂ ਰਹਿ ਗਈਆਂ, ਇੱਕ ਤਾਂ ਅਦਰ ਕਾਈਂਡਸ ਆਫ ਸੋਰਸ ਆ, ਠੀਕ ਹੈ, ਇੱਥੇ ਅਦਰ ਲਿਖ ਕੇ ਆਪਾਂ ਨੂੰ ਦੱਸਿਆ ਹੋਇਆ ਅਦਰ ਕਾਈਂਡਸ ਆਫ ਸੋਰਸ ਹੋਣਗੇ, ਹੈ ਨਾ, ਉਹਨਾਂ ਦਾ ਨੇਮ ਨਹੀਂ ਮੈਂਸ਼ਨ ਕੀਤਾ, ਸਿੱਧਾ ਹੀ ਲਿਖਤਾ, ਉਹ ਆਪਾਂ ਵੀ ਸੈਂਟੈਂਸ ਦੇ ਵਿੱਚ ਅਦਰ ਕਾਈਂਡ ਸੀ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੈਗਾ ਗਾ। ਤੇ ਇੱਕ ਆਪਣੇ ਕੋਲੇ ਕੋਲ ਰਹਿ ਗਿਆ, ਹੁਣ ਜਸਟ ਦੋ ਰਹਿ ਗਿਆ, ਉਹ ਆਪਾਂ ਹੁਣ ਕੀ ਕਰਾਂਗੇ BP2 'ਚ। ਹੁਣ BP2 ਨੂੰ ਵੀ ਸਟਾਰਟ ਕਰਨ ਲਈ ਇੱਕ ਆਪਾਂ ਨੂੰ ਬੇਸਿਕ ਲਾਈਨ ਚਾਹੀਦੀ ਹੈ। ਹੁਣ ਉਹ ਬੇਸਿਕ ਲਾਈਨ ਕੀ ਹੋਊਗੀ, ਲੁਕਿੰਗ ਦ ਚਾਰਟ ਇਨਟੂ ਮੋਰ ਡਿਟੇਲਸ, ਵੀ ਜਿਹੜੇ ਚਾਰਟਸ ਹੈਗੇ ਉਹਨਾਂ ਨੂੰ ਹੋਰ ਜੇ ਡਿਟੇਲ 'ਚ ਦੇਖੀਏ ਤਾਂ ਫਿਰ ਅਸੀਂ ਕੀ ਫਾਊਂਡ ਕੀਤਾ ਹੈਗਾ, ਠੀਕ ਹੈ, ਜਿੰਨਾ ਤੁਸੀਂ ਦੇਖ ਲਿਆ, ਠੀਕ ਹੈ, ਜੀ ਉਹਨੂੰ ਹੋਰ ਆਪਾਂ ਡਿਟੇਲ 'ਚ ਦੇਖਦੇ ਹਾਂ ਤਾਂ ਕੀ ਹੁੰਦਾ ਗਾ। ਉਦੋਂ ਬਾਅਦ ਆਪਾਂ ਦੱਸਦਾ ਕਿ એનર્ਜੀ ਪ੍ਰੋਡਿਊਸਡ ਬਾਈ ਕੋਲ, ਜਿਹੜੀ ਕੋਲੇ ਮਤਲਬ ਕਿ ਕੋਲੇ ਦੇ ਦੁਆਰਾ ਜਿਹੜੀ એનર્ਜੀ ਮਤਲਬ ਕਿ ਪ੍ਰੋਡਿਊਸ ਹੋਈ ਹੈਗੀ ਆ, ਉਹ ਕੀ ਆ, ਕੰਪਰਾਈਜ਼ਡ ਆਫ 29.80% ਇਨ ਦਾ ਫਾਰਮਰ ਈਅਰ, ਠੀਕ ਹੈ। ਜਿਹੜਾ ਫਾਰਮਰ ਈਅਰ ਹੁੰਦਾ ਨਾ, ਜਦੋਂ ਆਪਾਂ ਫਾਰਮਰ ਈਅਰ ਲੈਦੇ ਉਹਦਾ ਮਤਲਬ ਹੁੰਦਾ ਜਿਹੜਾ ਪਹਿਲਾ ਈਅਰ, ਠੀਕ ਆ, ਫਾਰਮਰ ਈਅਰ। ਤਾਂ ਜਿਹੜਾ ਆਪਣੇ ਕੋਲੇ ਫਸਟ ਈਅਰ ਹੁੰਦਾ ਉਹਨੂੰ ਆਪਾਂ ਫਾਰਮਰ ਈਅਰ ਲਿਖ ਦਿੰਦੇ ਹਾਂ, ठीक है। तो फॉर्मर ईयर एंड दिस शोड ओनली अ वेरी स्लाइट इंक्रीज ऑफ अबाउट अ मेयर 1% टू 30.9% इन 2005। तो हुण की आ, वो कहंदे जिहड़ा फॉर्मर ईयर सीगा अपने कोले, उहदे विच तां जिहड़ी अपने कोले सीगा 29.80% ਸੀਗੀ, ठीक है। तो उस तो बाद की सीगा, इहने जिहड़ा 2005 ਦੇ ਵਿੱਚ ਇੱਕ ਸਲਾਈਡ, ਇੱਕ ਬਹੁਤ ਥੋੜਾ ਜਿਹਾ ਜਿਹੜਾ ਇੰਕਰੀਜ਼ ਦਿਖਾਇਆ, ਉਹ ਕਿੰਨਾ ਸੀ, 1% ਦਾ ਸੀਗਾ, ਠੀਕ ਆ। ਤੇ ਇਹ ਫਿਰ ਕਿੰਨੀ ਹੋ ਗਈ, 30.9% ਹੋ ਗਈ। ਤਾਂ ਹੁਣ ਆਪਾਂ ਦੇਖ ਲਈਏ ਕਿ ਜਿਹੜੀ ਕੋਲ ਦੀ ਸੀ ਇਸ ਤਰੀਕੇ ਨਾਲ ਹੀ ਹੋਈ ਆ, देखो। तो अपने को जी है 29.80% सी, उस तो बाद उन्होंने अपन दसिया कि कुछ जोड़ा 1% का जोड़ा होया सीगा, जानी कि इंप्रूव हो इंक्रीज़ हुई सी। तो उस तो बाद की कोल जी पहुँच गई सी 30.93%, ठीक है। तो हो गया अपना जोड़ा इत्थों गया टू 30.93% इन 2005, ठीक है। तो इत्थे जाके कि अपनी जी 1% जी इंक्रीज़ होया सीगा, ठीक है। तो ये भी हुण एक वक्रे तरीके नाल सेंटेंस आपां दसता कि ये आपां किते नहीं लाइन लिखी कि उहदे विच जस्ट 1% का जोड़ा होया सीगा, है ना, उहदे आपां उन्ना भी दसिया किन्ना जोड़ा होया वा इंप्रूव, है ना, कि किन्नी जी मतलब कि काफी बाद विच कित्थों तक पहुंची। तो ये आपां कुछ नहीं दसिया कि इस तरीके नाल जोड़ा आपां नवां सेंटेंस बना दिता। उस तो बाद हुण जे आपां गल करिए, एक ही अपने कोले रह गया अदर काइंड्स ऑफ जिहड़े एनर्जी सोर्स है, उन्हां दी गल करनी है। हुण उन्हां लई भी एक कनैक्टर चाहिदा, तो कनैक्टर की आपां इन एडिशन ला दिता। जो इन एडिशन ला दिता तो मतलब की हैगा, आप एक लाइन होर ऐड करन जा रहे हैं, वो की हैगी आ, अदर सोर्स ऑफ एनर्जी, जिहड़ी एनर्जी दे अदर सोर्स आ, वो की आ, प्रोड्यूस्ड 4.90% एंड दिस परसेंटेज बिकम ऑलमोस्ट डबल इन अ डिकेड, ठीक है। हुण डिकेड का मतलब हुंदा 10 ईयर टाइम पीरियड, ठीक है। तो वो की कहंदे हैगे, जिहड़ा मतलब कि अपने कोले सोर्स सीगे एनर्जी दे अदर टाइप्स दे जिहड़े, है ना, जिन्हां दा नेम नहीं मैंशन सीगा, उन्होंने जिहड़ा अपने कोले 1900 मतलब कि 95 दे विच की कीता सीगा 4.90% जिहड़ी अपने कोले जिहड़ी एनर्जी दित्ती सीगी। पर जिहड़ी ये परसेंटेज सीगी ना, वो मतलब कि ऑलमोस्ट, ठीक है, लगभग जिहड़ी डबल ही होगी एक डिकेड दे विच, ठीक है। जानी कि 10 ईयर, जानी कि जो 2005 दे विच पहुंची तो वो डबल होगी, ठीक है। तो जानी कि हुण इत्थे 4 तो 5 के नेड़े ते 10 के नेड़े ते पहुंच गई होगी, ठीक है। तो इस तरीके नाल हर एक लाइन जी आप डिफरेंट तरीके नाल फॉर्म कर दी है पाई चार्ट। हुण अपने को जस्ट जी ओवरऑल की गल रह गई हैगी आ, वो आप करते हैं। ओवरऑल भी अपन एक लाइन चाहिए होंगी जिन्ना आप ओवरऑल स्टार्ट कर लीए, तो वो तुम ये लिख सकते हैं, किसी भी टास्क के फिट कर सकते। इट इज़ क्लीयरली सीन फ्रॉम द चार्ट, ठीक है। चार्ट तो बाद ये क्लीयरली सीन हो रहा दैट इन द बोथ ईयर मतलब दोवें सालों की गल हो रही हैगी आ, द मोस्ट सिग्निफिकेंट सोर्स ऑफ एनर्जी वर गैस एंड कोल। जो मोस्ट सिग्निफिकेंट है, यानी कि ज़्यादा कितों प्रोड्यूस की गई है, गैस एंड कोल तो। तो जे तुम देखोगे तो हाईएस्ट जी हैगी आ, वो अपना गैस के कोल ही शो कर रहा, बाकी सब की घट हैगी है, ठीक है। तो वो आप दस दिता है कि मोस्ट सिग्निफिकेंट सोर्स सीगे जिहड़े वो गैस एंड कोल सीगे, ठीक है। तो उदों बाद आप हाउ एवर एक कनैक्टर लाया, मतलब जो तुम एक पासे दस रहे हैं भी इंक्रीज हो रहा, उस तो बाद तुम एकदम डिक्रीज का दसना, उदों अपने को लाइक ट्रेंड चेंज हो गया ना, तो उदों बाद तुम हाउ एवर वाइल, है ना, वेयर एज, इदां दे तुम कनैक्टर यूज़ करते होंगे। तो हुण अपने को जिहड़ा आप एक बारी तो दस रहे कि जिहड़ा मोस्ट सिग्निफिकेंट यानी कि जिहदों ज़्यादा प्रोड्यूस है, हुण आप दस रहे हैं, उदों बाद हुण आप की दसना जिन्होंने सब तो घट प्रोड्यूस की है, तो उदों आप हाउ एवर ला दिता, ठीक है। एक कनैक्टर यूज़ किया हाउ एवर। उस तो बाद की है न्यूक्लियर एंड अदर काइंड्स ऑफ एनर्जी। एक न्यूक्लियर नूं आपां लै लिया, एक लै लिया जिहड़े अदर काइंड्स ऑफ एनर्जी सोर्स आ, जनरेटेड द लीस्ट अमाउंट ऑफ एनर्जी इन फ्रांस, ठीक है। लीस्ट अमाउंट जिहड़ी उन्होंने प्रोड्यूस की सी, जनरेट की सी घट अमाउंट, ठीक है। तो हुण आपां ओवरऑल च की दस्सिया, एक तो सब तो वध जिन्होंने अमाउंट प्रोड्यूस की, एक जिन्होंने सब तो घट की हैगी, ठीक है। तो इस तरीके नाल जिहड़ा अपना ओवरऑल हो गया। तो आई होप जिहड़ी आ वीडियो तुहाडे लई इन्फॉर्मेटिव होगी। थैंक्स फॉर वॉचिंग।